ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 14ਵੀਂ ਪਾਠ ਦੂਜਾ। ਪਹਿਲਾ ਪਾਠ ਆਪਾਂ ਕੀਤਾ ਸੀ ਭਾਈ ਸ਼ਲੋਕ ਦੇ ਨਾਲ ਇੱਕ ਪਦਾ ਵਿਚਾਰਿਆ ਸੀ, 7 ਪਦੇ ਰਹਿ ਗਏ। ਹੁਣ 7 ਪਦਿਆਂ ਦੀ ਵਿਚਾਰ ਕਰਨੀ। ਹਰ ਇੱਕ ਪਦੇ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ ਆਪਾਂ ਨੂੰ ਜੀਵ ਦੀ ਅਵਸਥਾ ਕਿਵੇਂ ਬਦਲਦੀ ਹੈ, ਕੀ ਅਸੀਂ ਸਾਨੂੰ ਕਰਨਾ ਚਾਹੀਦਾ, ਕਿਵੇਂ ਕਿਵੇਂ ਸਾਡੇ 'ਚ ਬਦਲਾਅ ਆਊਗਾ, ਕਿਵੇਂ ਕਿਵੇਂ ਉਹਦੀ ਕਿਰਪਾ ਰਹਿਮਤ ਹੋਊਗੀ, ਸਾਡਾ ਦੁੱਖਾਂ ਤੋਂ ਛੁਟਕਾਰਾ ਹੋਊ। ਸੁਣੀਏ ਦੁੱਖ ਪਾਪ ਕਰਨਾ, ਸਤਿਗੁਰਾਂ ਦੇ ਵਚਨ ਨੇ। ਜਪਜੀ ਸਾਹਿਬ ਦੇ ਜਿਹੜੇ ਅਸੀਂ ਕਰਦੇ ਹਾਂ ਕੂਰ ਕਰਮ, ਸਰੀਰ ਕਰਕੇ ਹਟ ਜੋਗ ਤਪ ਜੋਗ ਪਿੱਛੋਂ ਕਰਦੇ ਹੀ ਆਏ ਹਾਂ ਔਰ ਕਰਦੇ ਰਹੂ ਸੰਸਾਰ ਜਦ ਤੱਕ ਅਸੀਂ ਗੁਰ ਸ਼ਬਦ ਨਾਲ ਨਹੀਂ ਜੁੜਦੇ। ਰੋਜ਼ ਕਹਿਨੇ ਵਿਚਾਰਦੇ ਵੀ ਹਾਂ ਪਰ ਕਮਾਈ ਨਹੀਂ ਕਰਦੇ, ਅਮਲ ਨਹੀਂ ਕਰਦੇ। ਜੋ ਪ੍ਰਭ ਕੋ ਮਿਲਵਾ ਚਾਹੇ ਖੋ ਸ਼ਬਦ ਮੈਂ ਲਏ। ਪ੍ਰਭ ਤੋਂ ਵਿਚਰਨ ਕਰਕੇ ਹੀ ਤਾਂ ਭਾਈ ਸਾਨੂੰ ਦੁੱਖਾਂ ਦਾ ਜਿਹੜਾ ਪਹਾੜ ਝੱਲਣਾ ਪੈਂਦਾ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਵੇ ਰੋਗ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਜਸ ਗਾਏ ਲੈ ਮਨਾ ਜੋ ਸੰਗੀ ਹੈ ਤੇਰੋ, ਹਰ ਹਰ ਕਥਾ। ਇਹ ਕੀ ਹੈ ਬਾਣੀ? ਹਰ ਕਥਾ ਹੈ, ਉਹ ਆਪਾਂ ਵਿਚਾਰਨੀ ਹੈ। ਇਹ 'ਚੋਂ ਕੀ ਹੋਊਗਾ? ਇਹ 'ਚੋਂ ਆਪਾਂ ਨੂੰ ਉਹਦੀ ਕੁਦਰਤ ਦੀ ਕਿਰਪਾ ਰਹਿਮਤ ਦੀ ਬਖਸ਼ ਸਦਕਾ ਹਰ ਦਰਸ਼ਨ ਹੋਊਗਾ। ਇਹ ਬਾਣੀ ਹਰ ਦਰਸ਼ਨ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਸੁਣਦੇ ਵਿਚਾਰਦੇ ਸਮਝਦੇ ਸੰਸਾਰੀ ਦੁੱਖਾਂ ਦਾ ਛੁਟਕਾਰਾ, ਜੰਮਣ ਮਰਨ ਦਾ ਛੁਟਕਾਰਾ, ਕਾਲ ਤੋਂ ਮੁਕਤ, ਭੈ ਤੋਂ ਮੁਕਤ, ਬੈਰ ਵਿਰੋਧ ਤੋਂ ਮੁਕਤ। ਸਰੀਰ 'ਚ ਰਹਿੰਦਿਆਂ ਹੋਇਆਂ ਆਪਾਂ ਆਪਦੇ ਘਰ ਪਹੁੰਚ ਜਾਣਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਕ ਉਜਲੇ ਕੀਤੀ ਛੁੱਟੀ ਨਾਲ। ਧਿਆਨ ਕਿਵੇਂ ਪੈਦਾ ਹੋਊ ਭਾਈ? ਗਿਆਨ ਨਾਲ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ। ਜੁਗਮੇ ਇੱਕ ਕੋ ਆਇਆ ਜਨਮਤ ਮੋਹਿਆ ਮੋਹਣੀ ਮਾਇਆ। ਜਦੋਂ ਜੀਵ ਜਨਮ ਲੈਂਦਾ ਮਾਇਆ ਨੇ ਉਦੋਂ ਹੀ ਮੋਹ ਲਿਆ ਸੀ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਹੁਣ ਚਿੰਤਾ ਤੋਂ ਮੁਕਤ ਹੋਣਾ। ਬਾਣੀ ਚਿੰਤਾ ਮੁਕਤ ਹੈ ਭਾਈ। ਪਰ ਆਪਾਂ ਇਸ ਲੋਕ 'ਚ ਵਿਚਾਰਿਆ ਏਕ ਆਸ ਹਰ ਮਨ ਰੱਖੋ। ਇੱਕ ਹਰੀ ਦੀ ਆਸ ਰੱਖਣੀ ਹੈ, ਇੱਕ ਹਰ ਦਰਸ਼ਨਾਂ ਨੂੰ ਆਪਾਂ ਇਹ ਕਮਾਈ ਕਰਨੀ ਹੈ। ਹਰ ਦਰਸ਼ਨ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਭਾਈ। ਫਿਰ ਕਿਵੇਂ ਹੋਊਗਾ? ਭਗਤ ਕਬੀਰ ਜੀ ਸਮਝਾਉਂਦੇ ਆ, ਮੋਹੇ ਮਰਨੇ ਕਾ ਚਾਓ ਹੈ ਮਰੂ ਤੋਂ ਹਰ ਕੇ ਦੁਆਰ। ਹਰ ਦੁਆਰ ਭਾਵ ਦੇਵ ਲੋਕ, 10ਵਾਂ ਦੁਆਰ ਕਹਿ ਲਈਏ, ਹਰ ਮੰਦਰ ਕਹਿ ਲਈਏ, ਮਸਜਿਦ ਕਹਿ ਲਈਏ, ਉੱਥੇ ਆਪਾਂ ਪਹੁੰਚਣਾ ਵਾ। ਉੱਥੇ ਕਿਵੇਂ ਪਹੁੰਚਾਂਗੇ? ਗਿਆਨ ਨਾਲ। ਗਿਆਨ ਕਿਵੇਂ ਹੋਊਗਾ? ਗੁਰ ਸ਼ਬਦ 'ਚੋਂ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੈ। ਨਹੀਂ ਅਸੀਂ ਕੀ ਕਰ ਰਹੇ ਹਾਂ? ਸਾਰਾ ਸੰਸਾਰ ਕੀ ਕਰ ਰਿਹਾ? ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਆਤਮਾ ਨੇ ਜਾਗਣਾ ਭਾਈ, ਅੰਮ੍ਰਿਤ ਵੇਲਾ ਹੋਣਾ ਆਪਣਾ। ਪਰ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਪਿਆ ਵਾ। ਰਜ ਗੁਣ, ਸਤਗੁਣ, ਤਮ ਗੁਣ ਕਹੀਏ, ਇਹ ਸਭ ਤੇਰੀ ਮਾਇਆ। ਮਾਇਆ ਦੇ ਵਿੱਚ ਕਰਮ ਧਰਮ ਕਰਦੇ ਆ, ਉਹ ਸਾਰਾ ਪਖੰਡ ਹੈ। ਉਹ ਸਮਝਣ ਖਾਤਰ ਹੈ ਭਾਈ, ਤਾਂ ਪਖੰਡ ਕਿਹਾ ਵਾ। ਜੰਮ ਜਗਾਤੀ ਲੁੱਟੇ, ਇੱਥੇ ਹੀ ਲੁੱਟ ਲੈਂਦੇ ਨੇ, ਇੱਥੇ ਹੀ ਖੋਹ ਲੈਂਦੇ ਸਾਰਾ ਕੁਛ। ਕਿਵੇਂ ਪਹੁੰਚਾਂਗੇ? ਗੁਰ ਸ਼ਬਦ ਦੇ ਗਿਆਨ। ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਸੰਸਾਰ ਤੁਹਾਨੂੰ ਕਿੱਡਾ ਵੀ ਮੰਨਦਾ ਹੋਵੇ, ਕੋਈ ਤੁਹਾਡੀ ਉੱਚੀ ਜਾਤੀ ਹੋਵੇ, ਉੱਥੇ ਨਹੀਂ ਪਹੁੰਚਦੀ। ਉੱਥੇ ਕੀ ਜਾਂਦਾ? ਧਿਆਨ। ਗੁਣਾ ਗਵਾਈ ਗਠੜੀ ਔਗਣ ਚੱਲੀ ਵਨ। ਅਸੀਂ ਕੀ ਕਰਦੇ ਹਾਂ? ਗੁਣਾਂ ਦੀ ਪ੍ਰਾਪਤੀ ਕਰਨ ਆਏ ਹਾਂ। ਨਿਰਭਉ ਹੋਣਾ, ਨਿਰਵੈਰ ਹੋਣਾ, ਕਾਲ ਤੋਂ ਮੁਕਤ ਹੋਣਾ, ਜੂਨੀ ਸਰੀਰ 'ਚ ਰਹਿੰਦੇ ਹੋਏ ਆਪਦੇ ਘਰ ਪਹੁੰਚਣਾ, ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਪਰ ਅਸੀਂ ਔਗਣ ਬਣ ਕੇ ਲੈ ਜਾਂਦੇ ਹਾਂ, ਮਾਇਆ ਦੇ ਹੰਕਾਰ ਦੀ ਗਠੜੀ ਬਣ ਕੇ ਲੈ ਜਾਂਦੇ। ਇਹ ਗੀਤਾਂ ਗਾਹਾਂ ਜਾਂਦੀ ਨਹੀਂ ਭਾਈ। ਫਿਰ ਸਾਨੂੰ ਜਵਾਬ ਦੇਣਾ ਪਊਗਾ। ਫਿਰ ਹੱਥਾਂ ਜੋੜੀ ਕਰਾਂਗੇ। ਪਹਿਲਾਂ ਹੀ ਆਪਾਂ ਤਿਆਰੀ ਕਰੀਏ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ ਆਪਾਂ। ਸਰਜਾਮ ਲਾਗ ਭਵ ਜਲ ਤਰਨ ਕੇ। ਕਿਵੇਂ ਤਿਆਰੀ ਕਰੀਏ? ਸੱਚ ਦੇ ਗਿਆਨ ਨਾਲ। ਜੋ ਪ੍ਰਭ ਕੋ ਮਿਲਵਾ ਚਾਹੇ ਖੋ ਸ਼ਬਦ ਮਿਲੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰ ਕਰੀਏ। ਬਾਣੀ ਸਾਨੂੰ ਸੱਚ ਦਾ ਗਿਆਨ, ਝੂਠ ਨੂੰ ਨਕੇੜ ਕੇ ਸੱਚ ਦਾ ਗਿਆਨ ਕਰਾ ਰਹੀ। ਝੂਠ ਦੇ ਜਿਹੜੇ ਉਪਦੇਸ਼ ਬਾਣੀ ਮਾਇਆ ਦਿੱਤੇ ਆ, ਉਹ ਸਾਨੂੰ ਸਮਝਣ ਖਾਤਰ ਨੇ। ਇਹ ਕੀ ਆ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਝੂਠ ਹੈ। ਸੱਚ ਕੀ ਹੈ? ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਹਮੇਸ਼ਾ ਹੀ ਰਹਿੰਦਾ। ਉਹ ਕੀ ਹੈ? ਸਤਜੁਗ। ਉਹ ਕੀ ਹੈ? ਸੱਚਖੰਡ। ਧਨ ਸੂ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਉਹ ਧਨਵਾਨ ਦੇਸ ਹੈ। ਉਹ ਧਨਵੰਤ ਨੇ ਸਾਰੇ ਹੀ, ਨਾਮ ਧਨ ਵਾਲੇ ਨੇ ਸਾਰੇ ਹੀ ਹੁਕਮ ਨਾਲ ਜੁੜੇ ਹੋਏ ਨੇ।
ਉੱਥੇ ਜੰਮਣ ਮਰ ਨਹੀਂ ਹੁੰਦਾ। ਨਾਨਕ ਵਧਾ ਘਰ ਤਹਾਂ ਜਹਾਂ ਮਿਰਤ ਨਾ ਜਨਮ ਜਰਾ। ਸਤਿਗੁਰ ਕਿੱਥੇ ਨੇ? ਸਾਰੇ ਹੀ ਉੱਥੇ ਨੇ, ਕਿਤੇ ਨਹੀਂ ਗਏ। ਅਸੀਂ ਗਏ ਹੋਏ ਹਾਂ, ਅਸੀਂ ਮਾਇਆ 'ਚ ਖੋਏ ਹੋਏ ਹਾਂ। ਆਓ ਫਿਰ ਇਹਨੂੰ ਮਿਲ ਕੇ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਆਪਦੇ ਘਰ ਪਹੁੰਚੀਏ। ਇੱਥੋਂ ਆਪਾਂ ਦੂਆ ਪਦਾ ਸ਼ੁਰੂ ਕਰੀਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ। ਜਦ ਤੱਕ ਸਤ ਵਿਹਾਰ ਬਾਣੀ ਨਾਲ ਜੁੜਦੇ ਨਹੀਂ ਅਸੀਂ, ਸੱਚ ਦਾ ਗਿਆਨ ਨਹੀਂ ਹੁੰਦਾ। ਨਿਰੰਕਾਰ ਦੀ ਉਸਤਤ ਕਿਵੇਂ ਕਰਾਂਗੇ ਅਸੀਂ? ਜਿਹੜੀ ਚੀਜ਼ ਸਾਨੂੰ ਦੀਂਦੀ ਹੀ ਨਹੀਂ, ਜਿਹੜੀ ਸਾਡੀ ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ, ਉਹਦੀ ਉਸਤਤ ਕਿਵੇਂ ਕਰ ਦਾਂਗੇ? ਸਾਰੇ ਹੀ ਕਰਦੇ ਨੇ, ਜਿੰਨੇ ਵੀ ਧਰਮ ਨੇ। ਉਹੀ ਤਾਂ ਸਤਿਗੁਰਾਂ ਨੇ ਆਪਾਂ ਨੂੰ ਸਲੋਕ 'ਚ ਸਮਝਾਇਆ, ਤਾਂ ਜੋ ਸਿਆਣਪ ਸੁਰਜਨੋ। ਸਿਆਣਪ ਛੱਡਦੇ ਹੀ ਨਹੀਂ ਅਸੀਂ, ਸਿਆਣੇ ਬਣ ਜਾਂਦੇ ਹਾਂ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਥੋੜ੍ਹਾ ਬਹੁਤ ਗਿਆਨ ਹੋ ਜਾਂਦਾ, ਪੂਰਨ ਮੰਨ ਲੈਂਦੇ ਹਾਂ ਆਪਦੇ ਆਪ ਨੂੰ। ਆਤਮਾ ਤੋਂ ਕੋਰੇ ਰਹਿ ਜਾਂਦੇ, ਸਰੀਰ ਕਰਕੇ ਪੂਰੇ ਹੋ ਜਾਂਦੇ। ਸੰਸਾਰ ਮੰਨਣ ਲੱਗ ਜਾਂਦਾ, ਲੋਕ ਪ੍ਰਭਾਵਿਤ ਹੋ ਜਾਂਦੇ ਨੇ, ਭਾਵਕ ਹੋ ਜਾਂਦੇ ਨੇ, ਆਪਦੇ ਨਾਲ ਹੀ ਜੋੜ ਲੈਂਦੇ। ਉਹ ਭਾਈ ਉਹੀ ਤਾਂ ਵੱਡਾ ਪਾਪ ਹੈ, ਉਹ ਨਹੀਂ ਕਰਨਾ ਆਪਾਂ। ਆਪਾਂ ਗੁਰ ਕੇ ਚਰਨ ਫੜਨੇ ਆ, ਫਿਰ ਪਹੁੰਚਾਂਗੇ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਉੱਥੇ ਪਹੁੰਚਣਾ ਭਾਈ ਆਪਾਂ ਧਿਆਨ ਕਰਕੇ। ਪਹਿਲਾਂ ਕੀ ਹੋਊ? ਆਪਾਂ ਨੂੰ ਗਿਆਨ, ਫਿਰ ਗਿਆਨ ਹੀ ਧਿਆਨ ਬਣ ਜਾਣਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ, ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ। ਸੱਚ ਦਾ ਵਪਾਰ ਕਰਨਾ ਆਪਾਂ। ਪਹਿਲਾਂ ਤੇ ਪ੍ਰਾਪਤੀ ਕਰਨੀ, ਆਪ ਜਪੇ ਅਵਰੇ ਨਾਮ ਜਪਾਵੇ। ਪਹਿਲਾਂ ਤਾਂ ਆਪ ਪਹੁੰਚਣਾ, ਫਿਰ ਦੂਏ ਨੂੰ ਸਮਝਾਉਣਾ। ਇਹੀ ਤਾਂ ਸੇਵਾ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ? ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲਹਿ ਜਿਓ। ਜਦ ਤੱਕ ਸਾਡੀ ਮਨ ਬੁੱਧੀ ਹਰ ਦੇ ਵਿੱਚ ਲੈ ਨਹੀਂ ਹੁੰਦੇ, ਹਰ ਦਰਸ਼ਨ ਨਹੀਂ ਕਰਦੇ, ਮਾਇਆ ਤੋਂ ਪਾਰ ਨਹੀਂ ਜਾਂਦੇ, ਨਿਰਮਲ ਨਹੀਂ ਹੁੰਦੇ। ਨਿਰਮਲ ਉੱਥੇ ਹੈ, ਇੱਥੇ ਮੈਲ ਰਹਿੰਦੀ ਹੈ ਹਮੇਸ਼ਾ ਹੀ ਸਾਡੇ। ਅਸੀਂ ਕਿਤੇ ਵੀ ਜਾਂਦੇ ਹਾਂ, ਸਾਡੇ ਅੱਖਾਂ ਕਰਕੇ ਦੇਖਦੇ ਹਾਂ, ਕੰਨਾਂ ਕਰਕੇ ਸੁਣਦੇ ਹਾਂ, ਜੀਭ ਕਰਕੇ ਖਾਂਦੇ ਹਾਂ, ਵਿੱਚੋਂ ਮੈਲ ਪੈਦਾ ਹੁੰਦੀ, ਇੱਛਾ ਪੈਦਾ ਹੁੰਦੀਆਂ ਰਹਿੰਦੀਆਂ। ਮੈਲ ਕੀ ਹੁੰਦੀ? ਇੱਛਾ। ਕਿਸੇ ਦੀ ਕੋਈ ਚੀਜ਼ ਵੀ ਦੇਖ ਕੇ ਇੱਛਾ ਪੈਦਾ ਹੋ ਜਾਣੀ, ਜਦ ਤੱਕ ਮੈਲ ਰਹਿੰਦੀ ਹੈ। ਨਿਰਮਲ ਨਹੀਂ ਹੁੰਦੇ ਅਸੀਂ। ਸਰੀਰ ਕਰਕੇ ਪੂਰਨ ਹੋ ਜਾਂਦੇ, ਪਰ ਬਾਣੀ ਨਹੀਂ ਮੰਨਦੀ। ਸੁੱਚੇ ਨਾ ਆਖੀਏ ਜੋ ਬਹਿਨ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਸ ਮਨ ਵਸਿਆ ਸੋਏ। ਜਦ ਤੱਕ ਮਨ 'ਚ ਨਹੀਂ ਬਾਣੀ ਬਸਦੀ, ਸੱਚ ਬਸਦਾ, ਸੁੱਚੇ ਨਹੀਂ ਹੁੰਦੇ। ਸਰੀਰ ਕਰਕੇ ਅਸੀਂ ਹੋ ਜਾਂਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਆ, ਨਿਰਮਲ ਰਸਨਾ। ਬੁੱਧੀ ਨੂੰ ਨਿਰਮਲ ਕਿਵੇਂ ਕਰਾਂਗੇ? ਪਰ ਅਸੀਂ ਤਾਂ ਜਕਾਰੇ ਬੁਲਾ ਕੇ ਹੀ ਨਿਰਮਲ ਬਣਾ ਲੈਂਦੇ ਹਾਂ। ਬੋਲੋ ਜੀ ਰਸਨਾ ਪਵਿੱਤਰ ਕਰੋ, ਫਿਰ ਤਾਂ ਬਹੁਤ ਸੁਖਾਲਾ ਖੇਡ ਹੈ। ਨਹੀਂ ਉਹ ਭਾਈ, ਬੜਾ ਕਠਿਨ ਖੇਲ ਹੈ ਇਹ। ਮਾਇਆ ਪਾਰ ਕਰਨੀ, ਇਸ ਤੋਂ ਬਾਅਦ ਫਿਰ ਨਿਰਮਲ ਹੁੰਦੀ ਹੈ ਬੁੱਧੀ, ਜਦੋਂ ਹਰ ਦਰਸ਼ਨ ਹੁੰਦਾ ਵਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਉਹਨੂੰ ਹੀ ਅੰਮ੍ਰਿਤ ਮਿਲਦਾ। ਸੁਖਮਨੀ ਸਾਹਿਬ, ਮਨ ਸੁਖ ਪੈਦਾ ਕਰਨ ਵਾਲੀ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਸ ਕਾ ਵਿਸ਼ਰਾਮ। ਉਹ ਅੰਦਰ ਹੈ ਭਾਈ, ਮਨ ਦੇ ਨਾਲ ਉੱਥੇ ਲੈਣੀ ਆ। ਉਹੀ ਸਤਿਗੁਰ ਸਮਝਾਉਂਦੇ ਆ, ਨਿਰਮਲ ਰਸਨਾ ਅੰਮ੍ਰਿਤ ਪੀਓ। ਉਹੀ ਆਤਮਾ ਪੀਣਗੀਆਂ ਜਿਹੜੇ ਮਾਇਆ ਪਾਰ ਕਰ ਜਾਣਗੇ। ਮਾਇਆ 'ਚ ਨਹੀਂ ਹੁੰਦਾ ਗਿਆਨ ਭਾਈ। ਜਿਹੜਾ ਅਸੀਂ ਪੌਲ ਅੰਮ੍ਰਿਤ ਛਕਦੇ ਹਾਂ, ਉਹ ਸਰੀਰ ਕਰਕੇ ਆ ਬਾਹਰ। ਉਹ ਸਾਰੇ ਧਰਮ ਆਪਦੇ ਕਰਮ ਕਰਦੇ ਆ, ਜਿੰਨੇ ਵੀ ਕਰਦੇ, ਉਹ ਸਰੀਰ ਕਰਕੇ ਜਿੰਨੀਆਂ ਵੀ ਲੋੜਾਂ। ਇਹ ਆਤਮਾ ਕਰਕੇ ਹੈ। ਉਸ ਤੋਂ ਬਾਅਦ ਸਦਾ ਸਹੇਲਾ ਕਰ ਲੈ ਜਿਓ। ਫਿਰ ਅਸੀਂ ਸਦਾ ਸੁੱਖ ਸਾਗਰ 'ਚ ਜਾ ਵਸਦੇ ਹਾਂ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਹੜੇ ਸ਼ਬਦ ਦੀ ਵਿਚਾਰ 'ਚ ਲੱਗੇ ਰਹਿੰਦੇ ਨੇ, ਬਾਣੀ ਉਹਨਾਂ ਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ। ਉਹੀ ਤਾਂ ਹੈਗੇ ਦੋ, ਲੋਕ ਤੇ ਪਰਲੋਕ। ਲੋਕ ਦੁੱਖ ਸਾਗਰ ਹੈ, ਪਰਲੋਕ ਸੁੱਖ ਸਾਗਰ। ਆਪਦੇ ਘਰ ਪਹੁੰਚਣਾ ਆਪਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਨੈਨੋ ਪੇਖ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਜਦੋਂ ਅਸੀਂ ਮਨ ਬੁੱਧੀ ਮਨ ਨੂੰ ਸਾਧ ਲੈਂਦੀ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਸਿੱਧੀ ਪ੍ਰਾਪਤ ਹੁੰਦੀ ਹੈ ਸਾਨੂੰ। ਫਿਰ ਨੈਨੋ ਤੋਂ ਭਾਵ ਬੁੱਧੀ, ਅਕਲ। ਅਕਲ ਨਾਲ ਫਿਰ ਆਪਾਂ ਦੇਖਦੇ ਹਾਂ ਠਾਕਰ ਨੂੰ। ਤੁਮ ਠਾਕਰ ਤੁਮ ਪੇ ਅਰਦਾਸ। ਕਿਵੇਂ ਸਾਰੀ ਸ੍ਰਿਸ਼ਟੀ ਉਹ ਦਾਤੇ ਨੇ ਬੰਨ੍ਹ ਕੇ ਰੱਖੀ ਹੋਈ ਹੈ ਨਾਮ ਹੁਕਮ ਨਾਲ। ਸਗਲ ਸਮਗਰੀ ਆਪਣੇ ਸੂਤਰ ਧਾਰੀ, ਕਿਵੇਂ ਧਾਰ ਕੇ ਰੱਖੀ ਹੈ। ਫਿਰ ਅਵਸਥਾ ਜਾ ਕੇ ਸਾਨੂੰ ਦਰਸ਼ਨ ਹੁੰਦਾ ਹੈ। ਨੈਨੋ ਪੇ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਸੰਸਾਰੀ ਜਿਹੜੀ ਸਾਡੀ ਸੰਗਤ ਹੁੰਦੀ, ਮਾਇਆ ਦੇ ਰਿਸ਼ਤੇ ਸਾਰੇ ਕੱਟੇ ਜਾਂਦੇ ਆ। ਮਾਇਆ ਜੀਵ ਆਤਮਾ ਪਾਰ ਕਰ ਜਾਂਦੀ ਹੈ। ਫਿਰ ਉਹ ਠਾਕਰ ਦਾ ਦਰਸ਼ਨ ਹੁੰਦਾ ਹੈ। ਫਿਰ ਉਹਦੇ ਰੰਗ ਦੇਖਦੇ ਹਾਂ ਅਸੀਂ ਸੰਸਾਰ ਦੇ ਵਿੱਚ, ਕਿਵੇਂ ਕਿਵੇਂ ਸ੍ਰਿਸ਼ਟੀ ਚੱਲ ਰਹੀ ਹੈ, ਕੀ ਕਰ ਰਹੇ ਨੇ ਜੀਵ। ਸਾਰਾ ਕੁਛ ਦੇਣ ਵਾਲਾ ਉਹ ਆ। ਉਹ ਗੁਰਸਿੱਖਾਂ ਨੂੰ ਦਰਸ਼ਨ ਹੁੰਦਾ ਵਾ। ਕਿ ਸਤਿਗੁਰ ਕੀ ਸਮਝਾਉਂਦੇ ਆ? ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਬਿੰਦ ਕੇਂਦਰ ਗਿਆਨ ਤੋਂ ਬਾਅਦ ਧਿਆਨ ਬਣਦਾ ਹੈ। ਫਿਰ ਅਸੀਂ ਇਹਨੂੰ ਸਮਝ ਸਕਦੇ ਹਾਂ। ਉੱਥੇ ਪਹੁੰਚ ਕੇ ਬਾਣੀ ਸਾਨੂੰ ਸਮਝ ਆਉਣੀ ਹੈ, ਫਿਰ ਇਹ ਅਰਥਾਈ ਜਾਣੀ। ਉੱਥੇ ਬਹਿ ਕੇ ਦੇਵਲੋਕ 'ਚ ਹੀ ਬਾਣੀ ਲਿਖੀ ਜਾਂਦੀ ਹੈ, ਉੱਥੇ ਹੀ ਸਮਝਦੀ। ਉਹ ਕੀ ਹੈ? ਉਹ ਦੇਵਲੋਕ ਹੈ, ਉਹ ਦਰ ਆ, ਉਹਦਾ ਦਰਗਾਹ ਹੈ।
ਭਗਤ ਤੇਰੇ ਮਨ ਭਾਵਦੇ ਦਰ ਸੋਹਿਨ ਕੀਰਤ ਗਾਵਦੇ। ਉਹਦੇ ਦਰ ਤੇ ਬਹਿ ਕੇ ਉੱਥੇ ਲੋਕ ਵੀ ਦੀਂਦਾ ਪਰਲੋਕ ਵੀ ਦੀਂਦਾ, ਫਿਰ ਇਹ ਭਗਤੀ ਸਰੂਪ ਹੁੰਦੀ। ਹਮ ਦੀਂਦਾ ਕੁਛ ਵੀ ਨਹੀਂ, ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਫਿਰ ਬਣ ਜਾਂਦੇ ਹਾਂ। ਚਰਨ ਚਲੋ, ਚਰਨ ਕੀ ਹੈ? ਬਾਣੀ। ਇਹ ਕੀ ਹੈ? ਆਤਮਾ ਦੇ ਗੁਣ ਨੇ, ਆਤਮਾ ਨੇ ਗੁਣ ਪ੍ਰਾਪਤ ਕਰਨੇ। ਇੱਥੇ ਆਤਮਾ ਨੇ ਚੱਲਣਾ। ਜੇ ਆਪਾਂ ਚੱਲਾਂਗੇ ਗੁਰੂ ਦੇ ਪਿੱਛੇ ਪਿੱਛੇ, ਨਦੀਆਂ ਪਵੈ ਸਮੁੰਦਰ ਨਾ ਜਾਣੀਏ, ਗੋਬਿੰਦ ਤੱਕ ਪਹੁੰਚ ਜਾਂਗੇ। ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ, ਪਈ ਪ੍ਰਾਪਤ ਮਾਨੁਖ ਦੇ ਹੋਰੀਆਂ, ਗੋਬਿੰਦ ਮਿਲਣ ਕੀ ਹੈ ਤੇਰੀ ਵੀ ਮੌਕਾ ਹੈ ਭਾਈ। ਵਾਰ ਵਾਰ ਥੋੜ੍ਹੀ ਜਿਹੀ ਜੀਵਨ ਮਿਲਦਾ। ਕਰ ਹਰ ਕਰਮ ਸਰਬਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਆ ਗਏ ਦਰਗੇ, ਉਹੀ ਆ ਗਏ। ਫਿਰ ਹਰ ਦੇ ਚਰਨਾਂ 'ਚ ਪਹੁੰਚਣਾ ਅਸੀਂ। ਹਰ ਕਥਾ ਹੈ ਬਾਣੀ ਸਭ ਤੇ ਉੱਤਮ, ਹਰ ਕੀ ਕਥਾ। ਜਿਹੜੇ ਸੁਣਨ ਵਿਚਾਰਨਗੇ ਅਮਰ ਹੋ ਜਾਣਗੇ। ਇਹ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਮੁਕਤੀ ਨਾ ਮਿਲੇ। ਕਰ ਤੋਂ ਭਾਵ ਮਨ, ਇਹ ਨਿਰਾਕਾਰ ਦੁਨੀਆ ਦੇ ਨਾਂ ਨੇ। ਫਿਰ ਵੀ ਅਸੀਂ ਕਹੀ ਜਾਂਦੇ ਹਾਂ ਜੀ ਗੁਰਮੁਖੀ ਬਾਣੀ ਹੈ। ਗੁਰਮੁਖਾਂ ਦੀ ਬਾਣੀ ਹੈ। ਗੁਰਮੁਖੀ ਭਾਸ਼ਾ ਇੱਥੇ ਦੀ ਨਹੀਂ ਹੈਗੀ, ਅੰਮ੍ਰਿਤ ਲੋਕ ਹੈ। ਇਹ ਸੱਚਖੰਡ ਸਤਿਯੁਗ ਦੀ ਹੈ। ਕਰ ਤੋਂ ਭਾਵ ਮਨ, ਹੀ ਮਨਾ ਹਰ ਕਰਕੇ ਕਰਮ ਕਰ, ਹਰੀ ਦਾ ਜਸ ਕਰ। ਪਹਿਲਾਂ ਤਾਂ ਆਪ ਅੰਦਰੋਂ ਸੁਣ, ਸਰਵਨ ਹਰ ਕਥਾ ਅੰਦਰਲੇ ਕੰਨਾਂ ਨਾਲ। ਫਿਰ ਸੰਸਾਰ ਨੂੰ ਸਮਝਾ। ਹਰ ਨਾਨਕ ਦਾ ਹਰ ਦਰਗੇ ਨਾਨਕ ਉਜਲ ਮੱਥਾ। ਭਾਵ ਮਨ ਦੇ ਵਿਚਾਰਨ ਪੈਦਾ ਹੋਊਗਾ। ਜਿਨੀ ਨਾਮ ਤੇ ਆਇਆ ਗਏ ਸਕਤ ਕਾਲ, ਨਾਨਕ ਤੇ ਮੁਖ ਉਜਲੇ। ਆ ਗਏ ਨਾ ਉਜਲ। ਉਜਲ ਤੋਂ ਭਾਵ ਰੌਸ਼ਨਾਈ ਹੋ ਜਾਣਾ, ਸਭ ਕੁਝ ਦਿਖ ਜਾਣਾ ਚਾਨਣ ਦੇ ਵਿੱਚ। ਉਹ ਕੀ ਹੈ? ਗੁਰਬਾਣੀ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਫਿਰ ਤੀਆ ਪਦ ਆ ਗਿਆ। ਦੇਖੋ ਬਦਲਾਓ ਆ ਗਿਆ ਤੀਏ ਪਦ 'ਚ। ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ। ਉਸ ਅਵਸਥਾ 'ਚ ਜਾ ਕੇ ਭਾਈ ਹਰੀ ਦੇ ਗੁਣ ਗਾਏ ਜਾਂਦੇ। ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ। ਫਿਰ ਅਸੀਂ ਗਾ ਸਕਦੇ ਹਾਂ। ਆਪਦੀ ਮਤ ਨਾਲ ਸਾਰੇ ਸੇਵਕ ਬਣੇ ਆ, ਸੰਤ ਵੀ ਬਣੇ, ਸਾਰੀਆਂ ਡਿਗਰੀਆਂ ਅਸੀਂ ਪ੍ਰਾਪਤ ਕਰੀ ਬੈਠੇ ਹਾਂ, ਪਰ ਕੁਦਰਤ ਨਹੀਂ ਮੰਨਦੀ ਹੈਗੀ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਜਿਹੜੇ ਪਲ ਪਲ ਉਹਨੂੰ ਜਪਦੇ ਨੇ, ਜਿਹਦੀ ਕਿਰਪਾ ਰਹਿਮਤ ਹੋ ਜਾਂਦੀ, ਜਿਹਦੀ ਮਾਇਆ ਕੱਟੀ ਜਾਂਦੀ ਹੈ, ਜਨਮ ਮਰਨ ਕੱਟਿਆ ਜਾਂਦਾ ਵਾ, ਮਾਇਆ ਪਾਰ ਕਰ ਜਾਂਦੇ ਨੇ। ਉਹ ਕੌਣ ਨੇ? ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ। ਇਦੋਂ ਵੱਡਾ ਭਾਗਾਂ ਵਾਲਾ ਕੋਈ ਵੀ ਹੋਰ ਨਹੀਂ ਹੋ ਸਕਦਾ ਜਿਹੜਾ ਹਰੀ ਦੇ ਗੁਣ ਗਾਉਂਦਾ, ਕਿਉਂਕਿ ਉਹਨੇ ਮਾਇਆ ਪਾਰ ਕਰ ਲਈ ਹੁੰਦੀ ਹੈ, ਕਾਲ ਤੋਂ ਮੁਕਤ ਹੋ ਜਾਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਉਹ ਸੰਸਾਰ ਦੇ ਵਿੱਚ ਧਨਵੰਤ ਗਣੇ ਜਾਂਦੇ ਨੇ, ਕਿਉਂਕਿ ਉਹ ਆਪਦੇ ਘਰ ਪਹੁੰਚ ਗਏ ਹੁੰਦੇ ਨੇ। ਉਹਨਾਂ ਕੋਲ ਇੰਨਾ ਧਨ ਹੁੰਦਾ। ਨਾਮ ਰਾਮ ਨਾਮ ਵਿਚਾਰ 'ਚ ਉਹਨਾਂ ਨੂੰ ਮਿਲਦਾ ਰਹਿੰਦਾ ਵਾ, ਮੁੱਕਦੇ ਨਹੀਂ, ਉਹ ਵੰਡਦੇ ਰਹਿੰਦੇ ਆ ਸੰਸਾਰ ਦੇ ਵਿੱਚ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਇੱਕ ਤਾਂ ਮੂੰਹ ਹੁੰਦਾ, ਇੱਕ ਮੁੱਖ ਹੁੰਦਾ। ਮੁੱਖ ਕੀ ਹੁੰਦਾ? ਮਨ ਦਾ ਅੰਦਰੋਂ। ਜਦੋਂ ਮਨ ਦੇ ਅੰਦਰੋਂ ਬਾਣੀ ਉਚਰੀ ਜਾਂਦੀ ਹੈ, ਸਤਿਗੁਰ ਸਮਝਾਉਂਦੇ ਆ ਜਿਹੜਾ ਹਰ ਦਾ ਜਸ ਕਰ ਰਿਹਾ ਵਾ, ਮੁੱਖ ਦੇ ਵਿੱਚੋਂ ਉਚਾਰਨ ਕਰ ਰਿਹਾ ਵਾ, ਸਮਝ ਲਓ ਸੁਖੀ ਹੈ ਭਾਈ। ਉਹ ਸੁਖ ਸਾਗਰ ਪਹੁੰਚ ਗਿਆ ਵਾ। ਸਦਾ ਸਦਾ ਜਾਨੋ ਤੇ ਸੁਖੀ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਗਈ। ਸੁਖ ਤੇਰਾ ਦਿੱਤਾ ਲਈਏ, ਉਹਦੀ ਕਿਰਪਾ ਤੋਂ ਬਿਨਾਂ ਕਿਵੇਂ ਮਿਲੂਗਾ ਭਾਈ। ਇੱਕੋ ਏਕ ਪਛਾਨੇ, ਇਤ ਉਤ ਕੀ ਉਹ ਸੋਝੀ ਜਾਣੇ। ਉਹ ਇੱਕ ਨੂੰ ਪਛਾਣਦਾ, ਇੱਕ ਹੋ ਜਾਂਦਾ ਹੈ, ਇੱਕ ਦੇ ਗੁਣ ਗਾਉਂਦਾ ਹੈ। ਉਹ ਲੋਕ ਪ੍ਰਲੋਕ ਦੀ ਸੋਝੀ ਰੱਖਦਾ। ਉਹੀ ਤਾਂ ਗੁਰਸਿੱਖ ਹੈ ਭਾਈ। ਧਨ ਧਨ ਜਨ ਆਇਆ, ਜੈ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੋ ਸੁਆਓ, ਜਨ ਕੇ ਸੰਗ ਚਿਤ ਆਵੇ ਨਾ। ਉਹਨਾਂ ਦਾ ਇੱਕ ਹੀ ਟਾਰਗੇਟ ਰਹਿ ਜਾਂਦਾ ਵਾ, ਜਿੱਥੇ ਵੀ ਜਾਈਏ ਹਰ ਦਾ ਜਸ ਕਰੀਏ, ਸੰਗਤ ਹਰੀ ਨਾਲ ਜੁੜੇ, ਆਪਦੇ ਮੂਲ ਨਾਲ ਜੁੜੇ, ਆਪਦੇ ਘਰ ਪਹੁੰਚੇ। ਉਹ ਜਾਣ ਲੈਂਦੇ ਨੇ ਨਾਮ ਨਾਲ ਜੁੜੇ ਤੋਂ ਬਿਨਾਂ ਛੁਟਕਾਰਾ ਨਹੀਂ ਭਾਈ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਜਾਣ ਲੈਂਦੇ ਨੇ ਇਸ ਮਨੁੱਖਾ ਦੇਹੀ ਦਾ ਕਾਰਨ ਕੀ ਹੈ? ਗੋਬਿੰਦ ਨਾਲ ਜੁੜਨ ਖਾਤਰ ਸਾਨੂੰ ਮਿਲੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ੍ਹੇ ਨਿਰੰਜਨ ਜਾਣਿਆ। ਨਿਰੰਜਨ ਭਾਵ ਨਿਰਾਕਾਰ ਸ਼ਕਤੀ। ਅੱਖਾਂ ਕੰਨਾਂ ਨਾਲ ਨਹੀਂ ਦਰਸ਼ਨ ਹੁੰਦਾ, ਉਹਦਾ ਦਰਸ਼ਨ ਹੋਣਾ ਅਕਲ ਨਾਲ। ਅਕਲ ਕਿਤੋਂ ਮਿਲਣੀ ਹੈ? ਗੁਰੂ ਤੋਂ। ਅਕਲਗਤ ਗੁਰ ਤੇ ਜਾਣੀ, ਅਕਲੀ ਸਾਹਿਬ ਸੇਵੀ। ਅਕਲੀ ਪੜ੍ਹ ਕੇ ਬੁੱਝੀ ਸਾਰੀ ਖੇਲ, ਅਕਲ ਨਹੀਂ ਚੱਲਣੀ ਹੈ। ਅਕਲ ਤਾਂ ਫਿਰ ਗੁਰੂ ਕੋਲੇ, ਸਾਡੇ ਕੋਲ ਨਹੀਂ ਹੈਗੀ। ਕਹਿੰਦੇ ਜਿਹਦਾ ਮਨ ਮੰਨ ਜਾਂਦਾ ਹੈ ਭਾਈ। ਕਿਹਦਾ ਮੰਨਦਾ? ਜਿਹੜੇ ਸੁਣਦੇ ਵਿਚਾਰਦੇ ਰਹਿੰਦੇ ਨੇ, ਉਹਦਾ ਮਨ ਮੰਨ ਜਾਂਦਾ ਵਾ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ੍ਹੇ ਨਿਰੰਜਨ। ਉਹ ਜਾਣ ਲੈਂਦੇ ਨੇ ਭਾਈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਨਦੀਆਂ ਪਵੇ ਸਮੁੰਦਰ ਨਾ ਜਾਣੀਆਂ। ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ। ਇਵੇਂ ਆਪਾਂ ਗੁਰੂ ਸਾਹਿਬਾਨਾਂ ਦੇ ਰਾਹ 'ਤੇ ਚੱਲ ਕੇ, ਭਗਤ ਗੁਰਬਾਣੀ 'ਤੇ, ਆਪਾਂ ਵੀ ਉਹਨਾਂ ਦਾ ਰੂਪ ਬਣ ਜਾਣਾ। ਆਪਾਂ ਉਹਦੇ ਘਰ ਪਹੁੰਚਣਾ ਵਾ। ਉਹੀ ਵਸਤਾ ਵਾਲਿਆਂ ਨੇ ਬਾਣੀ ਉਚਾਰੀ ਹੈ ਭਾਈ। ਉਹੀ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣ, ਮੈਂ ਨਾ ਕਰੂੰ ਤਿਨਕਾ ਦਰਸ਼ਨ। ਨਾਮਦੇਵ ਜੀ ਤਾਂ ਇਹ ਕਹਿੰਦੇ ਭਾਈ, ਮੈਂ ਤਾਂ ਦਰਸ਼ਨ ਹੀ ਨਹੀਂ ਕਰਦਾ। ਜਿਹੜੇ ਨਾਰਾਇਣ ਦੀ ਗੱਲ ਨਹੀਂ ਕਰਦੇ, ਨਾਰਾਇਣ ਦਾ ਜਸ ਨਹੀਂ ਕਰਦੇ, ਜਿਹਨੇ ਸਾਰੀ ਸ੍ਰਿਸ਼ਟੀ ਦੀ ਜਵਾਬਦਾਰੀ ਲਈ ਹੈ, ਸਾਰਿਆਂ ਦਾ ਪਾਲਕ ਹੈ ਭਾਈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭ ਨਾਸ ਆਦਿ ਵਾ। ਸਤਿਗੁਰ ਸਮਝਾਉਂਦੇ ਸਾਰਿਆਂ ਦਾ ਖਿਆਲ ਰੱਖਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ?
ਗੁਰ ਪ੍ਰਸਾਦ ਆਪਨ ਆਪ ਸੂਝੇ, ਤਿਸਕੀ ਜਾਨੋ ਤ੍ਰਿਸ਼ਨਾ ਬੂਝੇ। ਇਹ ਪ੍ਰਾਪਤੀ ਕਰਨੀ ਆਪਾਂ। ਗੁਰ ਪ੍ਰਸਾਦ ਤੋਂ ਭਾਵ ਕਿਰਪਾ ਲੈਣੀ ਹੈ, ਗਿਆਨ ਦੀ ਕਿਰਪਾ ਆਪਾਂ ਨੂੰ ਮਿਲਣੀ ਹੈ। ਪਹਿਲਾ ਪਦਾਰਥ ਆਪਣਾ ਗਿਆਨ ਹੈ। ਗੁਰ ਪ੍ਰਸਾਦ ਭਰਮ ਕਾ ਨਾਸ਼, ਜਿੰਨਾ ਸੰਸਾਰ ਅਸੀਂ ਦੇਖ ਰਹੇ ਹਾਂ ਭਰਮ ਹੈ ਸਾਰਾ, ਉਹਦਾ ਨਾਸ਼ ਕਿਵੇਂ ਹੋਊਗਾ, ਚਾਨਣ ਕਿਵੇਂ ਹੋਊਗਾ? ਗੁਰ ਪ੍ਰਸਾਦ ਨਾਲ। ਉਹੀ ਸਤਿਗੁਰੂ ਸਮਝਾਉਂਦੇ ਨੇ ਭਾਈ ਗੁਰ ਪ੍ਰਸਾਦ ਆਪਨ ਆਪ ਸੂਝੇ। ਫਿਰ ਸਾਨੂੰ ਸੋਝੀ ਆਉਂਦੀ ਹੈ, ਕੌਣ ਅਸੀਂ, ਕਿੱਥੋਂ ਆਇਆ, ਕਿੱਧਰ ਨੂੰ ਜਾਣਾ, ਸਾਰੀ ਸੋਝੀ ਹੋ ਜਾਂਦੀ ਹੈ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ ਭਾਈ, ਸੋਝੀ ਹੋ ਜਾਂਦੀ ਹੈ। ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ, ਹਰ 'ਚ ਫਿਰ ਦੀ ਭਗਤੀ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਫਿਰ ਸੱਚਖੰਡ ਦਾ ਦਰਵਾਜ਼ਾ ਤਾਂ ਅੱਗੇ ਹੈ, ਉਹ ਖੇਡ ਅਗਲੀ ਹੈ, ਉਹ ਬਿਆਨ ਤੋਂ ਪਰੇ ਹੈ। ਉਹਦੇ ਬਾਰੇ ਬਾਣੀ ਸਮਝਾਇਆ, ਨਾਨਕ ਕਥਨਾ ਕਰੜਾ ਸਾਰ। ਤਿਸਕੀ ਜਾਨੋ ਤ੍ਰਿਸ਼ਨਾ ਬੂਝੇ। ਦੇ ਅੰਦਰ ਤ੍ਰਿਸ਼ਨਾ ਨਹੀਂ ਰਹਿੰਦੀ, ਤ੍ਰਿਸ਼ਨਾ ਸਾਡੀ ਗਈ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਇਹ ਤਾਂ ਭਾਈ ਮਾਇਆ ਤੋਂ ਪਰੇ ਹੈ ਸਾਰਾ ਖੇਲ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਵੇ। ਪਰ ਉਹੀ ਸਿੱਖ ਨੇ ਭਾਈ ਜਿਹੜੇ ਗੁਰ ਸ਼ਬਦ ਦੀ ਵਿਚਾਰ 'ਚ ਲੱਗ ਜਾਂਦੇ ਨੇ, ਕੁਦਰਤ ਦਾ ਜਸ ਕਰਦੇ ਨੇ। ਸਰੀਰ ਕਰਕੇ ਤਾਂ ਅਸੀਂ ਹੋ ਜਾਂਦੇ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਉਹ ਕੀ ਕਰਦੇ ਨੇ? ਸਤਿਗੁਰ ਸਮਝਾਉਂਦੇ ਨੇ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਕੋਈ ਰੋਗ ਨਹੀਂ ਉਹਦੇ, 84 ਲੱਖ ਉਹਦਾ ਕੱਟਿਆ ਜਾਂਦਾ, ਉਹ ਜਾਂਦਾ। ਸਾਧ ਸੰਗਤ ਉਹਨੂੰ ਪ੍ਰਾਪਤ ਹੋ ਗਿਆ ਹੁੰਦਾ। ਸਾਧ ਸੰਗ ਕੀ ਹੈ? ਦੇਵਲੋਕ। ਉਹਨੇ ਮਨ ਨੂੰ ਸਾਧ ਲਿਆ ਹੁੰਦਾ ਆਪਦੇ ਭਾਈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਆਪਾਂ ਵੀ ਮਨ ਨੂੰ ਸਾਧਣਾ ਭਾਈ, ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ। ਫਿਰ ਸਾਡਾ 84 ਲੱਖ ਦਾ ਜਿਹੜਾ ਗੇੜ ਹੈ ਖਤਮ ਹੋਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਉਹ ਹਰਜਨ ਕੀ ਕਰਦੇ ਨੇ? ਅਨਦਿਨ ਕੀਰਤਨ ਕੇਵਲ ਵਿਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਦਿਨ ਰਾਤ, ਅਨਦਿਨ ਤੋਂ ਭਾਵ ਦਿਨ ਰਾਤ, ਕੀਰਤਨ ਤੋਂ ਭਾਵ ਹੁੰਦਾ ਹੈ ਕੀਰਤੀ ਜਸ, ਕੇਵਲ ਵਿਖਿਆਨ ਕਰਦੇ ਨੇ। ਜਿਹੜਾ ਅਸੀਂ ਕੀਰਤਨ ਮੰਨੀ ਬੈਠੇ, ਉਹ ਕੀਰਤਨ ਨਹੀਂ ਭਾਈ ਹੈਗਾ, ਉਹ ਰਾਗ ਹੈ। ਬਣਾਤਾ ਪਰ ਅਸੀਂ ਕੀਰਤਨ, ਕਿਉਂਕਿ ਅਸੀਂ ਸਵਾਲ ਦਾ ਜਵਾਬ ਨਹੀਂ ਨਾ ਪੜ੍ਹਦੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਕੀਰਤਨ ਹੈ, ਧਿਆਨ ਲਾ ਕੇ ਉਹਦਾ ਜਸ ਕਰਨਾ, ਉਹਨੂੰ ਕੀਰਤੀ ਕਹਿੰਦੇ ਆ। ਜੈ ਕਰ ਕੀ ਆਖੀਏ, ਕਰਤੇ ਕਾ ਹੋਏ ਵਿਚਾਰ। ਉਹਦੇ ਅੰਦਰ ਤਾਂ ਕਰਤੇ ਦੀ ਵਿਚਾਰ ਹੋ ਰਹੀ ਹੈ ਭਾਈ, ਉਹੀ ਤਾਂ ਕਰਤੇ ਦਾ ਜਸ ਕਰਦਾ, ਉਹੀ ਤਾਂ ਕੀਰਤਨ ਹੈ। ਜਿਹੜਾ ਅਸੀਂ ਕੀਰਤਨ ਮੰਨੀ ਬੈਠੇ, ਉਹ ਰਾਗ ਹੈ, ਉਹ ਪਹਿਲੀ ਅਵਸਥਾ ਵਾ। ਫਿਰ ਅੱਗੇ ਵੈਰਾਗ ਹੈ, ਫਿਰ ਅਨੁਰਾਗ ਹੈ, ਉਹਨੂੰ ਅੱਗੇ ਵਿਚਾਰਾਂਗੇ। ਗ੍ਰਸਤ ਮੈਂ ਸੋਈ ਨਿਰਵਾਨ, ਗ੍ਰਸਤ 'ਚ ਰਹਿੰਦਾ ਹੋਇਆ ਸੰਸਾਰ ਦੇ ਵਿੱਚ ਵੀ ਉਹ ਨਿਰਵਾਨ ਨਿਰਾਕਾਰ ਨਾਲ ਜੁੜਿਆ ਰਹਿੰਦਾ ਭਾਈ। ਸੱਚਖੰਡ ਆਪਦੇ ਮੂਲ ਨਾਲ ਜੁੜਿਆ ਰਹਿੰਦਾ, ਹੁਕਮ ਦੇ ਵਿੱਚ ਰਹਿੰਦਾ, ਭਾਣੇ 'ਚ ਰਹਿੰਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਏਕ ਉੱਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ। ਫਿਰ ਇੱਕ ਤੇ ਆਸ ਰਹਿ ਜਾਂਦੀ ਹੈ, ਉਹੀ ਤਾਂ ਭਗਤੀ ਹੈ ਭਾਈ। ਇਹੀ ਇੱਛਾ ਰੱਖਣੀ ਹੈ ਭਾਈ। ਸਲੋਕ ਦੇ ਵਿੱਚ ਵੀ ਏਕ ਆਸ ਹਰ ਮਨ ਰੱਖੋ, ਉਹ ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਉਹਦੀ ਸੰਸਾਰ 'ਤੇ ਆਉਣਾ ਗੁਰਸਿੱਖਾਂ ਦਾ ਸਫਲ ਹੋ ਜਾਂਦਾ। ਤਿਸਕੀ ਕਟੀਏ ਜਮ ਕੀ ਫਾਸਾ। ਰਹਿਰਾਸ ਵੀ ਪੜ੍ਹਦੇ ਹਾਂ ਆਪਾਂ, ਜਿਨ ਹਰ ਨਿਰਭਉ ਧਿਆਇਆ ਤਿਨ ਟੂਟੀ ਜਮ ਕੀ ਫਾਸੀ। ਜਮਾਂ ਤੋਂ ਖਹਿੜਾ ਛਡਾਉਣਾ ਭਾਈ। ਹਲੇ ਜਮਾਂ ਤੋਂ ਖਹਿੜਾ ਛੱਡਿਆ ਨਹੀਂ, ਆਪਣਾ ਭਗਤ ਅਸੀਂ ਬਣ ਜਾਂਦੇ ਹਾਂ। ਜਮਾਂ ਤੋਂ ਬਾਅਦ ਤਾਂ ਭੁੱਖ ਸਾਡੇ ਅੰਦਰ ਪੈਦਾ ਹੁੰਦੀ ਹੈ ਨਾਮ ਦੀ ਭਾਈ, ਜਦੋਂ ਬਾਣੀ ਵਿਚਾਰਦੇ ਹਾਂ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ। ਦੁੱਖ ਉੱਥੇ ਕਿੱਥੇ ਆ ਭਾਈ? ਉੱਥੇ ਤਾਂ ਨਾਮ ਹੁਕਮ ਦੀ ਖਾਤਰ, ਦਰਸ਼ਨਾਂ ਖਾਤਰ ਬੈਠਾ ਭਾਈ ਦੇਵਲੋਕ 'ਚ ਉਹ। ਪਰ ਅਸੀਂ ਤਾਂ ਇੱਥੇ ਸਾਰਾ ਕੁਛ ਮੰਨੀ ਬੈਠੇ ਹਾਂ। ਜਿੰਨੀਆਂ ਹੱਡ ਯੋਗ ਤਪ ਯੋਗ ਭਗਤੀਆਂ ਨੇ, ਸਰੀਰ ਕਰਕੇ ਨੇ। ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਾਏ ਕਰ ਬਾਰੇ। ਤਾਂ ਸਦੀਆਂ ਤੋਂ ਚੱਲਿਆ ਆਉਂਦਾ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜਿਸ ਕੋ ਹਰ ਪ੍ਰਭ ਮਨ ਚਿਤਾਵੇ, ਸੋ ਸੰਤ ਸਹੇਲਾ ਨਹੀਂ ਡਲਾਵੇ। ਸੰਤ ਲੋਕ ਪਹੁੰਚ ਗਿਆ ਹੁੰਦਾ, ਹਰ ਉਹਦੇ ਮਨ 'ਚ ਵਸ ਗਿਆ ਹੁੰਦਾ, ਇੱਕ ਹੋ ਗਏ ਹੁੰਦੇ ਨੇ, ਉਹ ਡੋਲਦਾ ਨਹੀਂ ਭਾਈ। ਕੋਈ ਵੀ ਹੋ ਸਕਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ। ਡਰ ਕਿੱਥੇ ਹੈ ਭਾਈ? ਉੱਥੇ ਡਰ ਤਾਂ ਮਾਇਆ ਦੇ ਵਿੱਚ ਆ। ਮਾਇਆ ਖਤਮ, ਮਾਇਆ ਤਾਂ ਉਹ ਪਾਰ ਕਰ ਗਿਆ। ਮਾਇਆ ਪਾਰ ਕਰਕੇ ਤਾਂ ਪਾਰ ਉਹ ਪਾਰ ਪ੍ਰੀਤਮ। ਮਾਇਆ ਜਿਹੜੀ ਹੈਗੀ ਕਿਵੇਂ ਪਾਰ ਕਰਨੀ ਹੈ? ਆਪਦੀ ਮੱਤ ਨਾਲ ਤਾਂ ਅਸੀਂ ਪਾਰ ਨਹੀਂ ਕਰ ਸਕਦੇ। ਆਪਾਂ ਨੂੰ ਕਿੰਨੇ ਉਪਦੇਸ਼ ਸਤਿਗੁਰਾਂ ਨੇ ਸਮਝਾਇਆ। ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾ ਵੇ ਡੁੱਬੇ ਸਿਆਣੇ। ਉਹ ਭਾਈ ਜਿਨ੍ਹਾਂ ਨੇ ਗੁਰ ਕੀ ਮੱਤ ਛੱਡਤੀ, ਉਹ ਤਾਂ ਡੁੱਬ ਗਏ। ਪਰ ਅਸੀਂ ਡੁੱਬਿਆਂ ਕਨੀ ਨੂੰ ਜਾਂਦੇ ਹਾਂ, ਗੁਰੂ ਦੀ ਗੱਲ ਨਹੀਂ ਮੰਨਦੇ। ਕਿਉਂ? ਗੁਰੂ ਤਾਂ ਅਸੀਂ ਉਪਦੇਸ਼ ਕਰਦੇ ਹਾਂ। ਗੁਰੂ ਘਰਾਂ ਜਾ ਕੇ ਉਪਦੇਸ਼ ਨਹੀਂ ਕਰਨਾ, ਬਾਣੀ ਨੂੰ ਸੁਣਨਾ। ਕਿਤੇ ਵੀ ਜਾਈਏ ਧਾਰਮਿਕ ਸਮਾਗਮ 'ਤੇ, ਜੋ ਵੀ ਵਿਚਾਰ ਚੱਲ ਰਹੀ ਹੈ, ਕਿਤੇ ਵੀ ਕੋਈ ਕਰ ਰਿਹਾ ਗੁਰਸਿੱਖ, ਉਹਨੂੰ ਸੁਣਨਾ ਵਿਚਾਰਨਾ, ਉਹੀ ਗੁਰਸਿੱਖ ਹੈ ਭਾਈ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ। ਡਰ ਖਤਮ ਹੋ ਗਿਆ ਭਾਈ। ਉਹਨੂੰ ਗੁਣਾਂ ਦੀ ਪ੍ਰਾਪਤੀ ਹੋ ਗਈ, ਨਿਰਭਉ ਹੋ ਗਿਆ, ਨਿਰਵੈਰ ਹੋ ਗਿਆ। ਅਸੀਂ ਵੈਰ ਵਿਰੋਧ ਤੋਂ ਹੀ ਮੁਕਤ ਨਹੀਂ ਹੁੰਦੇ, ਇੱਕ ਦੂਏ ਦਾ ਵਿਰੋਧ ਕਰੀ ਜਾਂਦੇ ਹਾਂ। ਭਗਤ ਫਿਰ ਵੀ ਮੰਨੀ ਜਾਂਦੇ ਹਾਂ ਆਪਦੇ ਆਪ।
ਦੇਖ ਹੀ ਰਹੇ ਸੰਸਾਰ 'ਚ ਕੀ ਹੋ ਰਿਹਾ। ਸਾਰੀ ਅਸ਼ਟਪਦੀ ਉਹੀ ਹੈ ਭਾਈ। ਤਾਂ ਜੋ ਸਿਆਣਪ ਸੁਰਜਨੋ, ਆਪਦੇ ਆਪ ਨੂੰ ਧਾਰਮਿਕ ਹੋਣ ਵਾਲੇ ਵੱਡੇ ਵੱਡੇ ਪ੍ਰਚਾਰਕ ਪਹਿਲਾਂ ਆਪਦੇ ਘਰ ਪਹੁੰਚੋ, ਫਿਰ ਉਹਦਾ ਜਸ ਹੋਊਗਾ। ਜੈਸਾ ਸਾ ਤੈਸਾ ਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੰਤਾਂ ਕੇ ਕਾਰਜ ਵਿੱਚ ਆਪ ਖਲੋਆ, ਇਹ ਸੰਤ ਕਾ ਮਾਰਗ ਹੈ ਪਾਣੀ ਭਾਈ। ਉਹਦੀ ਕਿਰਪਾ ਰਹਿਮਤ ਹੁੰਦੀ ਹੈ ਕੁਦਰਤ ਦੀ, ਫਿਰ ਆਤਮਾ ਪ੍ਰਾਤਮਾ ਇੱਕ ਹੁੰਦੀ ਹੈ। ਜੈਸਾ ਸੁਣਿਆ ਸੀ ਉਹ ਦ੍ਰਿਸ਼ਟਮਾਨ ਹੋ ਜਾਂਦਾ, ਪਰ ਜੇ ਆਪਾਂ ਕਮਾਈ ਕਰਾਂਗੇ ਤਾਂ ਭਾਈ ਉਹਨੀ ਕਿਰਪਾ ਕਰਨੀ ਹੈ, ਕਾਰਜ ਪੂਰਾ ਹੋ ਜਾਂਦਾ ਹੈ। ਸੋਧਤ 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 ਸਿਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ। ਸੋਧਦੇ ਰਹੇ ਆਪਦੇ ਆਪ ਨੂੰ, ਮਨ ਬੁੱਧੀ ਨੂੰ ਸੋਧਦੇ ਰਹੇ, ਬੁਰਾਈਆਂ ਤੋਂ ਬਚ ਕੇ ਨਿਕਲ ਜਾਂਦਾ, ਮਾਇਆ ਪਾਰ ਕਰ ਜਾਂਦਾ। ਗੁਰ ਪ੍ਰਸਾਦ ਭਾਵ ਗੁਰੂ ਦਾ ਗਿਆਨ ਮਿਲ ਜਾਂਦਾ ਹੈ, ਉਹ ਤੱਤ ਗਿਆਨ ਆਤਮਾ ਦੀ ਖੁਰਾਕ ਇਹਨੂੰ ਮਿਲ ਜਾਂਦੀ ਹੈ। ਉਹੀ ਤਾਂ ਹੈ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹੀ ਤਾਂ ਆਤਮਾ ਦੀ ਖੁਰਾਕ। ਅਸੀਂ ਲੰਗਰ ਵੀ ਲਾਉਂਦੇ ਹਾਂ, ਭੰਡਾਰੇ ਵੀ ਕਰਦੇ ਹਾਂ, ਉਹਦਾ ਸਰੀਰ ਕਰਕੇ ਆ ਭਾਈ। ਆਤਮਾ ਤਾਂ ਭਟਕਦੀ ਹੈ, ਉਹ ਤਾਂ ਭੁੱਖੀ ਹੈ। ਗਤੀ ਆਤਮਾ ਦੀ ਹੋਣੀ ਹੈ, ਸਰੀਰ ਦੀ ਕਰੀ ਜਾਂਦੇ। ਇੱਥੋਂ ਤਾਂ ਕਰਾਏ ਪਏ ਆ। ਕਿਵੇਂ ਸਮਝਾਓ? ਗੁਰੂ ਦੇ ਨਾਲ ਜੁੜ ਕੇ, ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਮਾਰਗ 'ਤੇ ਚੱਲ ਕੇ ਕਿ ਸਤਿਗੁਰ ਕੀ ਸਮਝਾਉਂਦੇ ਆ। ਜਬ ਦੇਖੂੰ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਸੂਖਮ ਹੈ ਭਾਈ, ਸੂਖਮ ਮਾਰਗ ਹੈ। ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ, ਜਿੱਧਰ ਨੂੰ ਆਪਾਂ ਜਾਣਾ ਬਹੁਤ ਧਿਆਨ ਨਾਲ ਵਿਚਾਰਨਾ। ਸੂਖਮ ਮਾਰਗ ਹੈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਆ ਮਾਇਆ ਸਤੂਲ ਜਿਹੜੀ ਹੈਗੀ ਹੈ, ਇਹ ਵੀ ਅਸਤੂਲ ਹੈ। ਉਹ ਕੁਦਰਤ ਹੈ, ਉਹ ਵੀ ਬਹੁਤ ਵੱਡੀ ਹੈ। ਉਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ, ਸਾਡੀ ਐਡੀ ਬੁੱਧੀ ਹੀ ਨਹੀਂ ਹੈਗੀ। ਜਦੋਂ ਅਸੀਂ ਸਮਝ ਲੈਂਦੇ ਹਾਂ, ਗਿਆਨ ਹੋ ਜਾਂਦਾ ਹੈ, ਫਿਰ ਸਾਨੂੰ ਸਾਡੇ ਮੂਲ ਹਰ ਦਾ ਦਰਸ਼ਨ ਹੁੰਦਾ ਹੈ। ਮੂਲ ਕੀ? ਆਦਿ ਸੱਚ। ਸਾਰੀ ਸ੍ਰਿਸ਼ਟੀ ਦਾ ਮੂਲ ਕੀ ਹੈ? ਆਦਿ ਸੱਚ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਪਈ, ਉਹ ਜਨਮ ਤੋਂ ਪਰੇ ਦੀ ਗੱਲ ਹੈ। ਉਹ ਜਨਮ 'ਚ ਨਹੀਂ ਆਉਂਦਾ, ਅਸੀਂ ਜੰਮਣ 'ਚ ਮਰਨ 'ਚ ਸਰੀਰ ਕਰਕੇ, ਆਤਮਾ ਕਰਕੇ ਨਹੀਂ। ਆਤਮਾ ਦਾ ਜਨਮ ਨਹੀਂ ਹੁੰਦਾ ਭਾਈ। ਆਤਮਾ ਦਾ ਜਨਮ ਤਾਂ ਗਿਆਨ, ਉਹ ਹੋਣਾ ਵਾ, ਇਹਦੀ ਗਤੀ ਹੋਣੀ। ਇਹਦੇ ਅੰਦਰ ਹਨੇਰਾ ਆ ਗਿਆ, ਉਹੀ ਤਾਂ ਬਾਣੀ ਦੂਰ ਕਰਦੀ ਹੈ। ਗੁਰਬਾਣੀ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਨਾਨਕ ਸੋ ਸੂਖਮ ਸੋਈ ਅਸਤੂਲ। ਫਿਰ ਪਤਾ ਲੱਗਦਾ ਸਾਨੂੰ ਕੌਣ ਅਸੀਂ, ਕਿੱਧਰੋਂ ਆਏ ਹਾਂ। ਦੇਖੋ ਫਿਰ ਪਤਾ ਬਦਲ ਗਿਆ ਨਾਲ ਹੀ। ਸਤਿਗੁਰ ਕੀ ਸਮਝਾਉਂਦੇ ਆ? ਨਾ ਕਿਸ ਜਨਮੇ ਨਾ ਕਿਛ ਮਰੈ, ਆਪਣ ਚਲਤਾ ਆਪ ਹੀ ਕਰੇ। ਸਤਿਗੁਰ ਸਮਝਾਉਂਦੇ ਕੋਈ ਜੰਮਦਾ ਮਰਦਾ ਹੀ ਨਹੀਂ ਭਾਈ। ਅਸੀਂ ਕਹਿੰਦੇ ਮਰਨਾ ਸੱਚ ਹੈ, ਫਿਰ ਝੂਠ ਵੱਢੀ ਜਾਂਦੇ ਹਾਂ। ਬਾਣੀ ਨੂੰ ਸਮਝਿਆ ਨਹੀਂ ਬੜੇ ਬੜੇ ਪ੍ਰਚਾਰਕ ਹੋ ਕੇ ਵੀ। ਅਸੀਂ ਕੀ ਕਹਿੰਦੇ? ਮਰਨਾ ਸੱਚ ਹੈ। ਮਰਨਾ ਬਾਣੀ ਝੂਠ ਮੰਨਦੀ ਹੈ। ਜਿਉਂਦਾ ਹੋਣਾ ਨੇ ਭਾਈ। ਸ਼ਬਦ ਮਰੈ ਫੁਨ ਜੀਵੇ, ਫਿਰ ਬੋਰ ਨਾ ਮਰਨਾ ਹੋਈ। ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਐਸੀ ਮਰਨੀ ਜੋ ਮਰੇ, ਫਿਰ ਬੋਰ ਨਾ ਮਰਨਾ ਹੋਈ। ਉਹ ਸਰੀਰ ਬਦਲਦਾ ਭਾਈ, ਆਤਮਾ ਨਹੀਂ ਮਰਦੀ। ਕਹਿੰਦੇ ਵੀ ਆ, ਫਿਰ ਵੀ ਕਹਿੰਦੇ ਆ। ਸੰਸਾਰੀ ਭਾਸ਼ਾ ਸਾਡੀ। ਨਾ ਕਿ ਜਨਮੇ ਨਾ ਕਿਛ ਮਰੇ, ਆਪਣ ਚਲਤਾ ਆਪ ਹੀ ਕਰੇ। ਖੇਲ ਹੈ ਉਹਦਾ। ਆ ਰਿਹਾ ਜੀਵ, ਜੰਮਣ ਮਰਨ ਨੂੰ ਜਾ ਰਿਹਾ। ਇਹੀ ਤਾਂ ਛੁਟਕਾਰਾ ਪਾਉਣਾ ਆਪਾਂ। ਇਹੀ ਤਾਂ ਭਰਮ ਕੱਢਦੀ ਹੈ ਬਾਣੀ। ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆ ਧਾਰੀ ਸਭ ਦ੍ਰਿਸ਼ਟ। ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ। ਅੰਦ੍ਰਿਸ਼ਟ ਕੀ ਹੁੰਦਾ? ਦ੍ਰਿਸ਼ਟ ਹੁੰਦਾ ਦ੍ਰਿਸ਼ਟਮਾਨ ਹੋ ਜਾਣਾ। ਸਾਡਾ ਆਉਣਾ ਜਾਣਾ ਕਿਉਂ ਹੈ? ਸੱਚ ਦੇ ਗਿਆਨ ਤੋਂ ਬਿਨਾਂ। ਇਹ ਦਿਵ ਦ੍ਰਿਸ਼ਟੀ ਆ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ। ਇੱਕ ਹੁੰਦਾ ਪੇਖਣਾ, ਇੱਕ ਹੁੰਦਾ ਦੇਖਣਾ। ਅੱਖਾਂ ਨਾਲ ਜਿਹਨੂੰ ਆਪਾਂ ਦੇਖਦੇ ਹਾਂ ਉਹਨੂੰ ਦੇਖਣਾ ਕਹਿੰਦੇ ਆ। ਪੇਖਣਾ ਹੁੰਦਾ ਬੁੱਧੀ ਨਾਲ, ਉਹ ਦਿਵ ਦ੍ਰਿਸ਼ਟੀ ਨਾਲ ਦੇਖਾਂਗੇ ਆਪਾਂ। ਭਗਤ ਕਬੀਰ ਦਾ ਸਲੋਕ ਆਪਾਂ ਪਿੱਛੇ ਲਿਆ ਸੀ ਨਾ, ਐਸਾ ਇਹ ਸੰਸਾਰ ਪੇਖਣਾ ਰਹਿਣ ਨਾ ਕਹੂ ਪਾਈਏ ਰੇ। ਆਪਾਂ ਨੂੰ ਪਤਾ ਤਾਂ ਹੈ ਵੀ ਨਹੀਂ ਰਹਿਣਾ, ਪਰ ਫਿਰ ਵੀ ਛੱਡ ਨਹੀਂ ਸਕਦੇ। ਜੋ ਸਾਨੂੰ ਗਿਆਨ ਹੁੰਦਾ ਉਹੀ ਤਾਂ ਦ੍ਰਿਸ਼ਟੀ ਹੈ, ਉਹੀ ਤਾਂ ਦਿਵ ਦ੍ਰਿਸ਼ਟੀ ਹੈ। ਉਹ ਦਿਵ ਦ੍ਰਿਸ਼ਟੀ ਨਾਲ ਸਾਰੀ ਖੇਲ ਸਾਨੂੰ ਸਮਝ ਆਉਣੀ ਹੈ। ਫਿਰ ਹੀ ਅਰਦਾਸ ਕਰਾਂਗੇ ਅਸੀਂ। ਫਿਰ ਸਾਡੀ ਅਰਦਾਸ ਬਿਰਥੀ ਨਹੀਂ ਜਾਂਦੀ। ਬਿਰਥੀ ਨਾ ਹੋਈ ਜਨ ਕੀ ਅਰਦਾਸ। ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਸਭ ਹੁਕਮ ਦੇ ਵਿੱਚ ਹੈ। ਆਉਣਾ ਜਾਣਾ ਜੀਵ ਦਾ, ਜੰਮਣਾ ਮਰਨਾ ਹੁਕਮ ਹੈ। ਭਾਣੇ ਆਵੇ ਜਾਏ, ਉਸ ਅਵਸਥਾ 'ਚ ਜਾ ਕੇ ਜੀਵ ਮੰਨਦਾ ਨਹੀਂ ਹੈਗਾ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਹੋਤਾ। ਆਪ ਤਾਂ ਹੈ ਭਾਈ, ਉਹਨੇ ਸ੍ਰਿਸ਼ਟੀ ਸਾਜੀ ਹੈ, ਰਚੀ ਹੈ, ਥਾਪਤੀ। ਉਹ ਥਾਪ ਮਰਨਾ, ਥਾਪ ਪੈਦਾ ਹੋ ਜਾਣਾ, ਉਹਦਾ ਖੇਲ ਹੈ। ਅਬਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਿਹੋ ਬ੍ਰਹਮੰਡ। ਜਿੰਨੀਆਂ ਵੀ ਆਤਮਾ ਸਰੀਰ ਨਾਲ ਜੁੜੀਆਂ ਬ੍ਰਹਮੰਡ, ਸਾਰਿਆਂ ਨੂੰ ਧਾਰ ਕੇ ਮਤਲਬ ਹੁਕਮ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਆਪ ਅਬਨਾਸੀ ਹੈ, ਜੰਮਣ ਮਰਨ ਤੋਂ ਪਰੇ ਹੈ। ਕੌਣ ਹੈ? ਕਿਹੜੀ ਸ਼ਕਤੀ ਆ? ਉਹ ਥੱਲੇ ਜਵਾਬ ਆ ਗਿਆ ਆਪਾਂ ਨੂੰ। ਇਹਦਾ ਸਾਰ ਆ ਗਿਆ ਪਦੇ ਦਾ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਅਲੱਖ ਹੈ, ਅੱਖਾਂ ਨਾਲ ਦੀਂਦਾ ਨਹੀਂ, ਫਿਰ ਵੀ ਅਸੀਂ ਕਹਿੰਦੇ ਅੱਖਾਂ ਨਾਲ ਦਰਸ਼ਨ ਚਾਹੀਦਾ। ਉਹਨੂੰ ਇੰਨੀ ਗਿਰੀ ਦਰਸ਼ਨ ਹੋ ਗਿਆ, ਫਲਾਣੇ ਧਰਮ ਵਾਲੇ ਕਹਿੰਦੇ ਇੰਨੀ ਗਿਰੀ ਹੋ ਗਿਆ। ਉਹ ਸਾਡਾ ਵਿਸ਼ਾ ਨਹੀਂ ਹੈਗਾ। ਸਾਡੀ ਬਾਣੀ ਨੇ ਸਮਝਾਇਆ, ਜੋ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ ਵੀ ਕਹਿੰਦੇ ਅਲੱਖ ਹੈ, ਅੱਖਾਂ ਨਾਲ ਨਹੀਂ ਦੀਂਦਾ। ਆ ਭੇਵ ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਐਸਾ ਪ੍ਰਤਾਪੀ ਪੁਰਖ ਹੈ, ਐਡਾ
ਉਹਦੇ ਕੋਲ ਸ਼ਕਤੀ ਹੈ, ਗਿਆਨਵਾਨ ਪ੍ਰਕਾਸ਼ ਰੂਪ ਹੈ, ਅਸੀਂ ਅੰਸ਼ ਰੂਪ ਹੈ। ਜਿਵੇਂ ਕਹਿ ਦਈਏ ਸੂਰਜ ਦੀ ਕਿਰਨ ਉਹ ਸੂਰਜ ਹੋਵੇ, ਕਿਵੇਂ ਭੇਦ ਪਾ ਲਾਂਗੇ ਅਸੀਂ ਉਹਦਾ। ਆਪ ਜਪਾਏ ਤਾਂ ਨਾਨਕ ਜਾਪ, ਉਹਦੀ ਕਿਰਪਾ ਲੈਣੀ ਹੈ, ਫਿਰ ਹੀ ਸਾਨੂੰ ਸਾਰੀ ਖੇਲ ਸਮਝ ਆਉਣੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਇੱਥੋਂ ਪਤਾ ਬਦਲ ਗਿਆ। ਫਿਰ ਇੱਥੇ ਸਤਿਗੁਰ ਕੀ ਸਮਝਾਉਂਦੇ ਆਪਾਂ ਨੂੰ, ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ। ਇਹ ਕੌਣ ਨੇ ਭਾਈ? ਸੋਭਾਵੰਤ ਗੁਰੂ ਭਗਤ ਸਾਹਿਬਾਨ, ਜਿਨ੍ਹਾਂ ਨੇ ਆਪਾਂ ਨੂੰ ਗਿਆਨ ਦਾ ਸਮੁੰਦਰ ਦਿੱਤਾ। ਰਹਿਬਰ ਸੀ, ਸੰਸਾਰ ਨੂੰ ਤਾਰਨ ਆਏ ਸੀਗੇ। ਉਹ ਕੌਣ ਨੇ? ਸੋਭਾਵੰਤ ਨੇ। ਸੋਭਾ ਉਸ ਕੁਦਰਤੀ ਉਹੀ ਕਰਦੇ, ਇਸ ਤਾਂ ਕਰਦੇ ਨਹੀਂ, ਸਤਾਬਦੀ ਕਰਾਉਂਦੇ। ਨੌਵੇਂ ਪਾਸ ਆਪਾਂ ਨੂੰ ਸਮਝਾਉਂਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਆਪਦੇ ਗੁਣ ਗਵਾਉਣ ਲੱਗੇ, ਗੁਣ ਗੋਬਿੰਦ ਦੇ ਗਾਉਣੇ ਸੀਗੇ। ਕਿੱਥੇ ਮੰਨੀ ਅਸੀਂ? ਜਦੋਂ ਮੰਨਾਂਗੇ ਫੇਰ ਹੀ ਪਾਰ ਨਿਕਲਾਂਗੇ। ਜਿਨ ਪ੍ਰਭ ਜਾਤਾ, ਜਿਨ੍ਹਾਂ ਨੇ ਜਾਣ ਲਿਆ ਉਹ ਵੀ ਸੋਭਾਵੰਤ ਨੇ ਭਾਈ, ਉਹ ਸੋਭਾ ਕਰਦੇ ਨੇ। ਸਗਲ ਸੰਸਾਰ ਉਧਰੇ ਤਿੰਨ ਮੰਤ। ਤੇ ਮੰਤ ਹੁੰਦੀ ਹੈ ਵਿਧੀ ਭਾਈ। ਸੰਸਾਰ ਦਾ ਉਧਾਰ ਹੋ ਸਕਦਾ ਜੇ ਗੁਰਸਿੱਖ ਨਾਲ ਮਿਲ ਕੇ ਵਿਚਾਰੂਗਾ, ਉਹਨੂੰ ਗਿਆਨ ਦੀ ਪ੍ਰਾਪਤੀ ਨਾ ਹੋਵੇ, ਉਹਨੂੰ ਮੁਕਤੀ ਨਾ ਮਿਲੇ, ਉਹ ਸੱਚਖੰਡ ਨਾ ਪਹੁੰਚੇ, ਕਦੇ ਵੀ ਨਹੀਂ ਹੋ ਸਕਦਾ। ਬਾਣੀ ਸੱਚੀ, ਅਸੀਂ ਝੂਠੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਪ੍ਰਭ ਕੇ ਸੇਵਕ ਸਗਲ ਉਦਾਹਰਣ, ਪ੍ਰਭ ਕੇ ਸੇਵਕ ਦੁੱਖ ਬਸਰਨ। ਦੁੱਖਾਂ ਤੋਂ ਛੁਟਕਾਰਾ ਪਹਿਲਾਂ ਆਪ ਪਾਉਂਦੇ ਨੇ, ਫਿਰ ਦੂਏ ਨੂੰ ਦਬਾਉਂਦੇ ਨੇ। ਉਹੀ ਤਾਂ ਪ੍ਰਭ ਕੇ ਸੇਵਕ ਨੇ। ਉਹ ਸਮਦ੍ਰਿਸ਼ਟੀ ਹੁੰਦੀ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਸਾਰਿਆਂ ਦਾ ਆਧਾਰ ਕਰਦੇ ਨੇ। ਪਸ ਪ੍ਰੇਤ ਮੁਗਧ ਪਾਥਰ ਕੋ ਤਾਰੇ, ਕੈਸੀਆਂ ਬੁੱਧੀਆਂ ਵੀ ਹੋਣ, ਮਾਇਆ ਧਾਰੀ ਹੋਵੇ, ਕੈਸਾ ਵੀ ਹੋਏ। ਐਸੀ ਬਾਣੀ ਹੈ, ਇਹ ਤਾਰ ਦਿੰਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਪਰਮ ਗਤੀ ਹੋਊ ਭਾਈ ਇਹਨੂੰ ਸੁਣ ਕੇ ਵਿਚਾਰ ਕੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਫਿਰ ਨਿਹਾਲ ਹੋਣਾ ਆਪਾਂ ਸਮਝ ਕੇ ਜਪ ਕੇ। ਪਰ ਅਸੀਂ ਤਾਂ ਜਕਾਰਾ ਮਾਰ ਦਿੰਦੇ ਹਾਂ। ਜਕਾਰਾ ਜਿਹੜਾ ਮਾਰਦੇ ਹਾਂ ਅਸੀਂ, ਬੋਲੇ ਸੋ ਨਿਹਾਲ। ਸਤਿਗੁਰ ਸਮਝਾਉਂਦੇ ਆ, ਜਿਹੜਾ ਉਹਦਾ ਜਸ ਕਰੂਗਾ, ਬੋਲੂਗਾ, ਉਹ ਨਿਹਾਲ ਹੋ ਜੂਗੀ ਆਤਮਾ। ਇੱਥੇ ਵੀ ਸਤਿਗੁਰ ਉਹੀ ਸਮਝਾਉਂਦੇ ਨੇ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਜਿਹੜੇ ਜਪ ਲੈਣਗੇ, ਸਮਝ ਲੈਣਗੇ, ਨਿਹਾਲ ਹੋ ਜਾਣਗੇ। ਪਰ ਉਹਦੀ ਕਿਰਪਾ ਰਹਿਮਤ ਤੋਂ ਬਿਨਾਂ ਨਹੀਂ ਅਸੀਂ ਹੋ ਸਕਦੇ। ਉਹਦੀ ਕਿਰਪਾ ਰਹਿਮਤ ਲੈਣੀ ਆ। ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਬੜ ਭਾਗੇ। ਉਹ ਦਾਤਾ ਜੀ ਤੇ ਕਿਰਪਾ ਰਹਿਮਤ ਕਰਦਾ ਹੈ। ਬਾਣੀ ਵਿਚਾਰ ਨੂੰ ਸੁਣਨ ਨੂੰ ਉਹੀ ਲੱਗਦਾ ਭਾਈ। ਨਾਮ ਜਪਤ ਪਾਵੇ ਵਿਸ਼ਰਾਮ, ਨਾਨਕ ਤਿਸ ਪੁਰ ਕੋ ਉੱਤਮ ਕਰਮਾਨ। ਫਿਰ ਵਿਸ਼ਰਾਮ ਆਪਦੇ ਘਰ ਪਹੁੰਚ ਜਾਂਦੇ। ਇੱਕ ਆਰਾਮ, ਇੱਕ ਵਿਸ਼ਰਾਮ, ਆਪਦੇ ਘਰ ਪਹੁੰਚ ਜਾਣਾ। ਇੱਥੋਂ ਆਪਾਂ ਸੰਸਾਰ ਚੋਂ ਛੁਟਕਾਰਾ ਪਾਉਣਾ ਵਾ। ਉਹ ਕੌਣ ਨੇ? ਗੁਰੂ ਭਗਤ ਸਾਹਿਬਾਨ, ਉਹੀ ਤਾਂ ਪੁਰਖ ਨੇ ਸੰਸਾਰ ਨੂੰ, ਜਿਨ੍ਹਾਂ ਨੇ ਸੰਸਾਰ ਨੂੰ ਗਿਆਨ ਦਾ ਸਮੁੰਦਰ ਦਿੱਤਾ। ਉਹਨਾਂ ਦੀ ਕਮਾਈ ਹੈ, ਉਹਨਾਂ ਦੀ ਜੀਵਨੀ ਹੈ। ਇਹਦੂ ਪਰੇ ਨਹੀਂ ਜਾਣਾ। ਭਗਤ ਕਬੀਰ ਜੀ ਨੇ ਆਪਾਂ ਨੂੰ ਪਹਿਲਾਂ ਹੀ ਸਮਝਾਇਆ ਸੀ, ਗੱਗਾ ਗੁਰ ਕੇ ਬਚਨ ਬਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਗੁਰੂ ਸਾਹਿਬਾਨਾਂ ਤੋਂ ਝਾਕਣਾ ਹੀ ਨਹੀਂ ਹੈ, ਸੁਣਨੀ ਹੀ ਨਹੀਂ ਕਿਸੇ ਦੀ ਗੱਲ। ਗੁਰੂ ਘਰ ਦੇ ਵਿੱਚ ਵੀ ਬਾਣੀ ਦਾ ਵਿਚਾਰ ਹੀ ਕਰਨਾ ਹੈ, ਉਹਦਾ ਹੀ ਜਸ ਕਰਨਾ। ਉਹੀ ਗੁਰਸਿੱਖ ਨੇ ਭਾਈ। ਇਹ ਲਾਸਟ ਪਦਾ ਆ ਗਿਆ, ਜੋ ਕਿਸ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਕੌਣ ਨੇ ਉਹ ਗੁਰਸਿੱਖ? ਉਹ ਹਰ ਦੇ ਨਾਲ, ਹਰ 'ਚ ਲੈਅ ਹੋ ਜਾਂਦੇ ਨੇ। ਉਹਨਾਂ ਦੀ ਆਤਮਾ ਪਰਾਤਮਾ 'ਚ ਲੈਅ ਹੋ ਜਾਂਦੀ ਹੈ। ਫਿਰ ਉਹਨਾਂ ਦੀ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਸਿੱਧਾ ਪਰਮੇਸ਼ਰ ਪਾਲਦੇ ਹਾਂ, ਕਦੇ ਵੀ ਨਹੀਂ ਭਾਈ ਮਿਲਣਾ। ਸਾਡੀ ਇੰਨੀ ਬੁੱਧੀ ਹੀ ਨਹੀਂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਸਾਡੀ ਤਾਂ ਮੱਤ ਹੀ ਬਹੁਤ ਥੋੜ੍ਹੀ ਹੈ। ਸਾਨੂੰ ਤਾਂ ਸੰਸਾਰ ਨਹੀਂ ਸਮਝ ਆਉਂਦਾ, ਕਾਲ ਦੀ ਨਹੀਂ ਸਮਝ ਆਉਂਦੀ, ਦੁੱਖਾਂ ਦੀ ਸਮਝ ਨਹੀਂ ਆਉਂਦੀ। ਅਸੀਂ ਰੋਜ਼ ਦੁੱਖ ਇਕੱਠੀ ਕਰੀ ਜਾਂਦੇ। ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਸਤਿਗੁਰ ਤੈਂ ਸਮਝਾਉਂਦੇ ਆ, ਨਾਮ ਦੀ ਭਾਈ ਅਰਦਾਸ ਕਰ। ਅਸੀਂ ਦੁੱਖਾਂ ਦੀ ਅਰਦਾਸ ਕਰਦੇ ਹਾਂ। ਕਿੰਨੇ ਕੁ ਸਿਆਣੇ ਆ ਅਸੀਂ। ਸਦਾ ਸਦਾ ਬਸੇ ਹਰ ਸੰਗ, ਉਹ ਗੁਰਸਿੱਖ ਹਰੀ ਦੇ ਨਾਲ ਹੀ ਵਸਦੇ ਨੇ। ਉਹਦਾ ਤੀਓ ਜਸ ਹੋਊ ਜਿਹਦੇ ਨਾਲ ਆਪਾਂ ਨਾਲ ਰਹਾਂਗੇ, ਉਹਦਾ ਜਸ ਫੇਰ ਹੀ ਹੋਊਗਾ। ਦੇਵਲੋਕ ਪਹੁੰਚਾਂਗੇ, ਹਰ ਦੇ ਚਰਨਾਂ 'ਚ ਪਹੁੰਚਾਂਗੇ, ਫੇਰ ਹੀ ਹਰ ਦਾ ਜਸ ਹੋਊਗਾ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਸਾਣੇ ਸੋਏ। ਸਹਿਜ ਦੁਨੀਆ ਚਲੇ ਜਾਣਾ ਆਪਾਂ ਭਾਈ। ਸ਼ਾਂਤ ਰਹਿੰਦਾ ਮਨ ਬੁੱਧੀ, ਸ਼ਾਂਤ ਰਹਿੰਦੀ। ਉੱਥੇ ਕਲਪਨਾ ਹੈ ਹੀ ਨਹੀਂ। ਕਰਨੇ ਹਾਰ ਨੂੰ ਪਛਾਣ ਲੈਂਦੇ ਵੀ ਜੋ ਹੋ ਰਿਹਾ ਹੁਕਮ 'ਚ। ਉਸ ਅਵਸਥਾ ਵਾਲੇ ਤਾਂ ਮੰਨਦੇ ਨੇ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਉਹਨਾਂ ਦੀ ਹਉਮੈ ਜਾਂਦੀ, ਜਿਹੜੇ ਬੁੱਝ ਲੈਂਦੇ ਨੇ ਹੁਕਮ ਨੂੰ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਰਿਸ਼ਤਾਨਾ। ਬਾਣੀ ਨੂੰ ਮਿੱਠਾ ਕਰਕੇ ਮੰਨਦੇ ਨੇ, ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ। ਜੋ ਸੰਸਾਰ 'ਚ ਹੋ ਰਿਹਾ ਉਹਨੂੰ ਮਿੱਠਾ ਕਰਕੇ ਮੰਨਦੇ ਨੇ। ਫਿਰ ਇਹ ਪ੍ਰਗਟ ਹੁੰਦਾ ਹੈ ਗਿਆਨ। ਜਦ ਤੱਕ ਅਸੀਂ ਬਾਣੀ ਨੂੰ ਸੱਤ ਕਰਕੇ ਨਹੀਂ ਮੰਨਦੇ ਭਾਈ, ਫਿਰ ਨਹੀਂ ਇਹ ਪ੍ਰਾਪਤੀ ਹੁੰਦੀ। ਜਿਸ ਦੀ ਉਪਜੀ ਤਿਸ ਮਾਹੇ ਸਮਾਏ, ਉਹ ਸੁੱਖ ਨਿਦਾਨ ਉਹਨੂੰ ਬਣਾਏ। ਜਿੱਥੋਂ ਆਪਾਂ ਲੱਗ ਹੋਈ ਸੀ ਆਤਮਾ, ਹਰ ਬਿਸਰ ਸਦਾ ਖੁਆਰੀ, ਹਰ ਬਿਸਰ ਤੇਰੇ ਗੁਣ ਗਲਿਆ। ਫਿਰ ਹਰ 'ਚ ਲੈ ਹੋ ਜਾਂਦੀ ਹੈ। ਜਿੱਥੋਂ ਉਪਜਿਆ ਸੀ, ਲੱਗ ਹੋਇਆ ਸੀ, ਉਹ 'ਚ ਸਮਾ ਗਿਆ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਇੱਕੋ ਜਨ। ਇੱਕ ਹੋ ਜਾਂਦੇ ਨੇ ਉਹ ਜਨ, ਹਰੀ ਨਾਲ ਇੱਕ ਮਿੱਕ ਹੋ ਜਾਂਦੇ ਨੇ। ਫਿਰ
ਉਹ ਕਿਰਪਾ ਕਰਦਾ ਲੈ, ਕਹਿੰਦਾ ਭਾਈ ਕਰ ਲਾ ਤੂੰ ਵਡਿਆਈ। ਪਹਿਲਾਂ ਅਸੀਂ ਆਪਦੀ ਵਡਿਆਈ ਕਰ ਰਹੇ ਹਾਂ, ਆਪਦੇ ਗੁਣ ਗਵਾਉਂਦੇ ਹਾਂ, ਆਪ ਨੂੰ ਭਲਾ ਕਹਾਉਂਦੇ ਹਾਂ, ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਣੀਆਂ। ਜਦੋਂ ਗਿਆਨ ਹੋ ਜਾਂਦਾ ਫਿਰ ਇਹ ਛੱਡ ਜਾਂਦਾ। ਆਓ ਸਾਰੇ ਮਿਲ ਕੇ ਭਾਈ ਇਹਨੂੰ ਵਿਚਾਰਦੇ ਰਹੀਏ, ਸਿਆਣਪ ਛੱਡੀਏ। ਸਹਿ ਸਿਆਣਪਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ। ਇੱਕ ਵੀ ਨਹੀਂ ਚੱਲਦੀ ਜਦੋਂ ਭਾਈ ਕਾਲ ਆਉਂਦਾ ਵਾ। ਆਪਾਂ ਕਿਵੇਂ ਪ੍ਰਾਪਤੀ ਕਰਾਂਗੇ? ਆਪਾਂ ਗੁਰੂ ਦੇ ਚਰਨ ਬਾਣੀ ਨਾਲ ਜੁੜਨਾ, ਇਹਨੂੰ ਵਿਚਾਰਦੇ ਰਹਿਣਾ, ਫਿਰ ਆਪਾਂ ਨੂੰ ਵੀ ਪ੍ਰਾਪਤੀ ਹੋਊਗੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਭਵ ਸਾਗਰ ਪਾਰ ਕਰੀਏ ਗੁਰ ਕੀ ਮੱਤ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।